ਅੱਛਾ ਸਰ, ਇਹ ਦੱਸੋ ਕਿ ਇਹ ਰੋਟਰੀ ਹੈ ਕੀ ਤੇ ਇਹਦਾ ਕਲੱਬ ਕੀ ਹੁੰਦਾ ਹੈ ਤੇ ਕਿਵੇਂ ਕੀ ਸਿਸਟਮ ਸਾਰਾ? ਰੋਟਰੀ ਇੰਟਰਨੈਸ਼ਨਲ ਇੱਕ ਤਨਜ਼ੀਮ ਹੈ, ਹਾਂਜੀ। NGO ਹੈ ਜਿਹੜੀ ਗਵਰਨਮੈਂਟਸ ਦੇ ਅੰਡਰ ਕੰਮ ਨਹੀਂ ਕਰ ਰਹੀ, ਲੇਕਿਨ ਇਹ ਪੂਰੀ ਦੁਨੀਆ ਦੇ ਵਿੱਚ ਠੀਕ ਇਹਨਾਂ ਹੈ। ਦੇ ਜਿਹੜੇ ਨੇ ਉਹ ਲਿੰਕਸ ਨੇ, ਆਫਿਸਿਸ ਨੇ, ਔਰ ਇਹ ਬੇਸਿਕਲੀ ਇਹਨਾਂ ਦਾ ਮਕਸਦ ਹੈ ਜਿਹੜੀ NGOs ਟਾਈਪ ਹੁੰਦੀਆਂ ਨੇ ਵੈਲਫੇਅਰ ਦੇ ਕੰਮ ਕਰਨੇ। ਹਾਂਜੀ। ਵੈਲਫੇਅਰ 'ਚ ਸਭ ਤੋਂ ਪ੍ਰਾਇੋਰਟੀ ਤੇ ਜਿਸ ਤਰ੍ਹਾਂ ਪੋਲੀਓ ਨਾਓ ਦੇ ਨਾਲ ਇਹਨਾਂ ਦਾ ਬਹੁਤ ਜ਼ਿਆਦਾ ਪੁਰਾਣਾ ਇਹਨਾਂ ਦਾ ਮੈਮੋਰੈਂਡਮ ਸਾਈਨ ਹੋਇਆ ਹੈ। ਉਸ ਤੋਂ ਇਲਾਵਾ ਜਿਸ ਇਲਾਕੇ ਜਿਸ ਜਗ੍ਹਾ ਤੇ ਕੋਈ ਆਫਤ ਆ ਜਾਂਦੀਆਂ ਨੇ, ਜਿਸ ਜਗ੍ਹਾ ਤੇ ਕੋਈ ਜ਼ਰੂਰਤਮੰਦ ਜਾਂ ਅੰਡਰ ਡਿਵੈਲਪਿੰਗ ਕੰਟਰੀਜ਼ ਜਿਹੜੇ ਨੇ, ਜਿਹੜੇ ਹਜੇ ਤਰੱਕੀ ਪਜ਼ੀਰ ਮਮਾਲਕ, ਉਹਨਾਂ ਦੇ ਵਿੱਚ ਕੋਈ ਜ਼ਰੂਰਤ ਦੇ ਕੰਮ ਨੇ, ਪ੍ਰੋਜੈਕਟਸ ਨੇ, ਤਾਲੀਮ ਦੇ ਪ੍ਰੋਜੈਕਟਸ ਨੇ, ਸਾਫ਼ ਪਾਣੀ ਦੇ ਪ੍ਰੋਜੈਕਟਸ ਨੇ, ਫਿਰ ਅਨਐਮਪਲੋਇਮੈਂਟ ਜਿੱਥੇ ਜ਼ਿਆਦਾ ਹੈ ਉੱਥੇ ਲੋਕਾਂ ਨੂੰ ਖੁਦ ਕਫੀਲ ਬਣਾਉਣ ਵਾਸਤੇ ਉਹਨਾਂ ਨੂੰ ਕੁਝ ਜਿਹੜੇ ਉਹਨਾਂ ਦੇ ਵਸਾਇਲ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਠੀਕ ਹੈ। ਔਰ ਇਹਦੇ ਮੁਖਤਲਿਫ ਲੋਕ ਇਕੱਠੇ ਹੋ ਕੇ ਕੁਝ ਇਲਾਕੇ ਦੇ ਵਿੱਚ ਜਦੋਂ ਸੋਚਦੇ, ਦੇਖੋ ਇੱਕ ਇਨਫਰਾਦੀ ਸੋਚ ਹੈ, ਇੱਕ ਇਜਤਮਾਈ ਸੋਚ ਹੈ। ਬਿਲਕੁਲ। ਇਨਫਰਾਦੀ ਸੋਚ 'ਚ ਇਹ ਹੁੰਦਾ ਹੈ ਕਿ ਲੋਕ, ਮੈਂ ਚਾਹੁੰਦਾ ਅਗਰ ਮੈਂ ਕਿਸੇ ਇੱਕ ਸ਼ਖਸ ਦੀ ਮਦਦ ਕਰ ਸਕਦਾ, ਮੈਂ ਉਹਦੀ ਮਦਦ ਕਰ ਦਿੰਦਾ। ਬਿਲਕੁਲ। ਲੇਕਿਨ ਉਹਦੇ ਨਾਲ ਬਾਕੀ ਉਸ ਸੁਸਾਇਟੀ ਜਾਂ ਉਸ ਇਲਾਕੇ ਦੇ ਵਿੱਚ ਹੋ ਸਕਦਾ 10 ਅਫਰਾਦ ਹੋ, ਮੈਂ ਤਾਂ ਇੱਕ ਦੀ ਮਦਦ ਕਰ ਸਕਦਾ। ਬਿਲਕੁਲ, 100 ਵੀ ਹੋ ਸਕਦੇ। ਠੀਕ ਹੈ ਨਾ, 100 ਵੀ ਉਸ, ਲੇਕਿਨ ਮੈਨੂੰ ਦਿਲ ਤਾਂ ਆਉਂਦਾ ਕਿ ਮੈਂ ਸਭ ਦੀ ਮਦਦ ਕਰਾਂ। ਉਹਦੇ ਵਿੱਚ ਅਸੀਂ ਫਿਰ ਕੋਸ਼ਿਸ਼ ਕਰਦੇ ਹਾਂ ਕਿ ਇਜਤਮਾਹੀਅਤ ਪੈਦਾ ਕਰੀਏ। ਆਪਣੇ ਹਮ ਆਹੰਗ ਲੋਕ ਜਿਹੜੇ ਨੇ, ਹਮ ਮਿਜ਼ਾਜ ਲੋਕ ਨੇ, ਜਿਹੜੇ ਲੋਕ ਇਸ ਰਾਸਤੇ ਦੇ ਵਿੱਚ ਕੁਝ ਅੱਛਾ ਕਰਨਾ ਚਾਹੁੰਦੇ ਨੇ, ਉਹਨਾਂ ਨੂੰ ਫਿਰ ਅਸੀਂ ਦਾਵਤ ਦਿੰਦੇ ਹਾਂ ਕਿ ਅਸੀਂ ਇਕੱਠੇ ਹੋ ਕੇ ਇਹਨੂੰ ਕਰਦੇ ਹਾਂ। ਇੱਕ ਇਕੱਲਾ ਤੇ 2-11 ਇਹ ਅਪਰੋਚ ਇੱਥੇ ਯੂਜ਼ ਹੁੰਦੀ ਹੈ ਨੋਰਮਲੀ, ਕਿ ਅਸੀਂ ਜਿਹੜੀ ਆਪਣੇ ਉਹਨਾਂ ਫੰਡਸ ਨੂੰ ਪ੍ਰੋਪਰਲੀ, ਅਗਰ ਮੇਰੇ ਕੋਲ ਹਿੰਮਤ ਪੈਦਾ ਹੋ ਰਹੀ 1000 ਦੇਣ ਦੀ, ਤੇ ਮੈਂ ਆਪਣੇ ਨਾਲ ਕੁਝ ਦੋਸਤ ਐਸੇ ਹੋਰ ਸ਼ਾਮਿਲ ਹੁੰਦੇ ਨੇ ਜਿਹੜੇ 1000 ਦੇ ਸਕਦੇ, 10 ਲੋਕ ਹੋ ਜਾਂਦੇ ਨੇ, ਉਹ 10,000 ਇਕੱਠਾ ਹੋ ਜਾਂਦਾ। ਬਿਲਕੁਲ। ਅਸੀਂ 10,000 ਦੇ ਵਿੱਚ ਉਸ ਇਲਾਕੇ 'ਚ ਫਰਜ਼ ਕਰੋ ਭੀਖ ਮੰਗਣ ਵਾਲੇ ਜ਼ਿਆਦਾ ਨੇ, ਜਿਨ੍ਹਾਂ ਦੇ ਘਰ ਦਾ ਰਾਸ਼ਨ ਨਹੀਂ ਜਾਂ ਸਰਕਟ ਨਹੀਂ ਹੈਗਾ, ਅਸੀਂ ਉਹਨਾਂ ਵਾਸਤੇ ਕੋਈ ਐਸਾ ਕੋਈ ਰੇਹੜੀਆਂ ਜਾਂ ਐਸੀ ਚੀਜ਼ ਕੋਈ ਇਨੀਸ਼ੀਏਟਿਵ ਲੈ ਕੇ ਦਿੰਦੇ ਹਾਂ ਕਿ ਜਿਹੜੇ ਉਹ ਲੋਕ ਆਪਣਾ ਰੋਜ਼ਗਾਰ ਬਣਾ ਸਕਣ, ਬਜਾਏ ਐਸੇ ਕਿ ਉਹ ਭੀਖ ਮੰਗਣ। ਬਿਲਕੁਲ। ਜਾਂ ਕੁਝ ਜਿਹੜੇ ਲੋਕ ਨੇ ਜਿਹੜੇ ਵੀਲ ਚੇਅਰ ਤੋਂ ਮਹਿਰੂਮ ਨੇ, ਜਿਹੜੇ ਲੋਕ ਚੁਰ ਫਿਰਨੀ ਸੇ ਥੱਲੇ ਰੀਂਗਦੇ ਨੇ, ਉਹਨਾਂ ਸੇ ਇੱਕ ਵੀਲ ਚੇਅਰ ਦਾ ਇੰਤਜ਼ਾਮ ਹੋ ਜਾਏ। ਉਹ ਲੋਕ ਉਹਦੀ, ਦੇਖੋ, ਇੱਕ ਬੇਸਿਕਲੀ ਇਨਸਾਨੀਅਤ ਦੀ ਖਿਦਮਤ ਕਰਨ ਦਾ ਇੱਕ ਜਜ਼ਬਾ ਲੈ ਕੇ ਇਹ ਆਰਗੇਨਾਈਜੇਸ਼ਨ ਚੱਲ ਰਹੀ ਹੈ। ਔਰ ਇਹਦੇ ਵਾਸਤੇ ਅਸੀਂ ਇਹ ਨਹੀਂ ਹੈ ਕਿ ਸਾਨੂੰ ਸਾਰੇ ਫੰਡਸ ਬਾਹਰੋਂ ਹੀ ਆਉਣੇ ਹੁੰਦੇ ਨੇ, ਇਹ ਅਸੀਂ ਖੁਦ ਵੀ ਕੋਸ਼ਿਸ਼ ਕਰ ਰਹੇ ਹੁੰਦੇ ਹਾਂ ਕਿ ਆਪਣੇ ਦੋਸਤ ਅਹਿਬਾਬ, ਆਪਣੇ ਜਿਹੜੇ ਲੋਕ ਨੇ, ਜ਼ਕਾਤ ਦੇਣ ਸਾਨੂੰ ਕੁਝ। ਸਾਨੂੰ ਫਿਰ ਇੰਟਰਨੈਸ਼ਨਲ ਡੋਨਰਸ ਨੇ, ਉਹ ਵੀ ਇਹਦੇ ਵਿੱਚ, ਜਦੋਂ ਅਸੀਂ ਪ੍ਰੋਜੈਕਟ ਇੱਕ ਬਣਾਉਂਦੇ ਹਾਂ, ਅਸੀਂ ਇੱਕ ਪ੍ਰੋਜੈਕਟ ਲੈਂਦੇ ਹਾਂ, ਮਿਸਾਲ ਇੱਕ ਇਸ ਇਲਾਕੇ ਦੇ ਵਿੱਚ ਪਾਣੀ ਦਾ ਮਸਲਾ ਹੈ, ਸੀਵਰੇਜ ਦਾ ਮਸਲਾ ਹੈ, ਉਹਦੀ ਵਜ੍ਹਾ ਤੋਂ ਬਿਮਾਰੀਆਂ ਫੈਲ ਰਹੀਆਂ ਨੇ, ਗਵਰਨਮੈਂਟ ਇੰਨਾ ਨਹੀਂ ਕਰ ਪਾ ਰਹੀ। ਅਸੀਂ ਉਹ ਲੋਕਾਂ ਦੇ ਨਾਲ ਅਸੀਂ ਮਿਲਦੇ ਹਾਂ, ਅਸੀਂ ਲੋਕਾਂ ਨੂੰ ਵੀ ਕਹਿੰਦੇ ਕਿ ਤੁਸੀਂ ਵੀ ਕੁਝ ਕੰਟਰੀਬਿਊਟ ਕਰੋ, ਕੁਝ ਅਸੀਂ ਖੁਦ ਆਪਣੇ ਜ਼ਰੀਏ ਦੇ ਨਾਲ ਉਸ ਪੈਦਾ ਕਰਦੇ ਹਾਂ ਵਸਾਇਲ, ਅਸੀਂ ਉਸ ਇਲਾਕੇ ਦੇ ਸੀਵਰੇਜ ਦੇ ਮਸਲੇ 'ਤੇ ਕੁਝ ਇਨਵੈਸਟ ਕਰ ਦਿੰਦੇ ਹਾਂ। ਠੀਕ ਹੈ। ਉਹ ਲੋਕਾਂ ਦਾ ਉਹ ਮਸਲਾ, ਪਾਣੀ ਦਾ ਮਸਲਾ ਹੱਲ ਹੋ ਜਾਂਦਾ ਹੈ। ਔਰ ਇਸ ਤਰੀਕੇ ਦੇ ਨਾਲ ਇੱਕ ਆਰਗੇਨਾਈਜੇਸ਼ਨ ਉਹ ਜਦੋਂ ਅਸੀਂ ਇੱਕ ਰਿਪੋਰਟ ਕੰਪਾਈਲ ਕਰਕੇ ਅਸੀਂ ਭੇਜਦੇ ਹਾਂ ਆਪਣੇ ਇਦਾਰੇ ਦੇ ਹੈੱਡ ਆਫਿਸ, ਉਹ ਫਿਰ ਉਹਨੂੰ ਪਬਲਿਸ਼ ਕਰਦੇ ਨੇ। ਫਿਰ ਇੰਟਰਨੈਸ਼ਨਲ ਡੋਨਰਸ ਫਿਰ ਉਹ ਸਾਨੂੰ ਕਹਿੰਦੇ ਨਹੀਂ ਯਾਰ, ਇਹ ਤਾਂ ਅੱਛਾ ਕੰਮ ਕੀਤਾ ਇਹਨਾਂ ਨੇ, ਇਹਨਾਂ ਨੂੰ ਫਿਰ ਮਦਦ ਆਉਂਦੀ ਹੈ, ਫਿਰ ਉਧਰੋਂ ਗ੍ਰਾਂਟ ਆਉਂਦੀ ਹੈ ਕਿ ਯਾਰ ਇਹਨਾਂ ਨੂੰ ਇਸ ਮਦ ਦੇ ਵਿੱਚ ਇਹ ਪੈਸੇ ਦਿੱਤੇ ਜਾਣ ਤਾਂ ਕਿ ਇਹਨਾਂ ਦਾ ਜਿਹੜਾ ਅੱਗੋਂ ਹੋਰ ਕੰਮ ਆਉਣ ਉਹਨਾਂ 'ਚ ਆਸਾਨੀ ਪੈਦਾ ਹੋਵੇ। ਠੀਕ ਹੋ ਗਿਆ। ਇਹ ਮਕਸਦ ਹੈ ਬੇਸਿਕਲੀ ਕਿ ਅਸੀਂ ਇੱਕ ਰਾਸਤਾ ਪੈਦਾ ਕਰਨਾ ਚਾਹ ਰਹੇ ਹਾਂ ਉਹਨਾਂ ਲੋਕਾਂ ਵਾਸਤੇ ਜਿਨ੍ਹਾਂ ਕੋਲ ਰਾਸਤਾ ਨਹੀਂ ਹੈ। ਠੀਕ ਹੋ ਗਿਆ। ਅਸੀਂ ਰੋਸ਼ਨੀ ਉਹਨਾਂ ਲੋਕਾਂ ਵਾਸਤੇ ਪੈਦਾ ਕਰਨ ਦੀ ਕੋਸ਼ਿਸ਼ ਕਰਾਂਗੇ ਜਿਹੜੇ ਅੰਧੇਰੇ 'ਚ ਨੇ। ਠੀਕ ਹੋ ਗਿਆ। ਅੱਛਾ ਸਰ, ਇਹ ਦੱਸੋ ਕਿ ਫਰਜ਼ ਕਰੋ ਅਸੀਂ ਹੁਣ ਇੱਕ ਕੰਮ ਕਰਨੇ ਆ ਕਿ ਜਿਵੇਂ ਹੁਣ ਸਾਡੇ ਇੱਥੇ, ਮੈਂ ਵੀ ਇਹੀ ਕੰਮ ਕਰ ਰਿਹਾ ਵਾਂ, ਕੋਸ਼ਿਸ਼ ਕਰ ਰਿਹਾ, ਅੱਲਾਹ ਤਾਲਾ ਕਰੇਗਾ ਕਿ ਅਸੀਂ ਸਾਡੇ ਜਿਹੜਾ ਉਹ ਬੱਚੀਆਂ ਦੀਆਂ ਸ਼ਾਦੀਆਂ ਦਾ ਮਸਲਾ ਜਾਂ ਬੱਚਿਆਂ ਦੀਆਂ ਸ਼ਾਦੀਆਂ ਦਾ ਮਸਲਾ ਹੈ। ਮੈਂ ਹੁਣ ਦਫ਼ਤਰ ਸ਼ੁਰੂ ਕੀਤਾ ਸੀ, ਪਹਿਲੋਂ ਤਾਂ ਬਿਲਕੁਲ ਫ੍ਰੀ ਆਫ ਕਾਸਟ ਸ਼ੁਰੂ ਕੀਤਾ ਸੀ। ਉਸ ਤੋਂ ਬਾਅਦ ਮੈਨੂੰ ਕੋਈ ਮਸਲੇ ਆਏ, ਉਸ ਦੀ ਵਜ੍ਹਾ ਤੋਂ ਮੈਂ ਫੀਸ ਰੱਖ ਦਿੱਤੀ। ਮਸਲੇ ਇਹ ਆਏ ਕਿ ਲੋਕ ਜਿਹੜੇ ਉਹ ਫੇਕ ਆ ਰਹੇ ਸਨ, ਅਸਲ ਲੋਕ ਨਹੀਂ ਸਨ ਆ ਰਹੇ। ਫਰਜ਼ ਕਰੋ ਕਿ ਅਸੀਂ ਕਿਸੇ ਬੱਚੀ ਦਾ ਜਾਂ ਬੱਚੇ ਦਾ ਰਿਸ਼ਤਾ ਕਰਵਾਉਂਦੇ ਹਾਂ ਜਾਂ ਉਹਦੇ ਜਿਹੜਾ ਨਿਕਾਹ ਦਾ ਕੋਈ ਇੰਤਜ਼ਾਮ ਕਰਨੇ ਆ, ਅਤੇ ਕੋਈ 5-10% ਅਸੀਂ ਇਸ ਉਹਦੇ ਵਿੱਚ ਕਰ ਸਕਦੇ ਹਾਂ ਆਪਣੇ ਕੋਲੋਂ, ਅਤੇ ਕਿੰਨੇ ਕੁ ਸਾਨੂੰ ਡੋਨਰ ਦੇ ਸਕਦੇ ਨੇ ਅਸੀਂ ਇਹ ਕੰਮ ਕਰ ਲਈਏ? ਉਹਦੇ ਵਿੱਚ ਦੇਖੋ, ਇਹ ਆਪਸ ਸਾਡੀ ਜਿਹੜਾ ਕਲੱਬ ਦਾ ਮੈਂ ਨਾਮ ਇਸਤੇਮਾਲ ਕੀਤਾ, ਕੀ ਹੁੰਦਾ ਹੈ, ਉਹ ਜਿਹੜੇ ਇਜਤਮਾਹੀ ਲੋਕ ਜਿਹੜੇ
15-20 ਇਕੱਠੇ ਹੋ ਜਾਂਦੇ ਨੇ ਨਾ, ਹਾਂਜੀ ਉਹ ਇੱਕ ਆਪਸ 'ਚ ਇੱਕ ਕਲੱਬ ਦੀ ਸ਼ਕਲ 'ਚ ਆ ਜਾਂਦਾ। ਕਲੱਬ ਹੁੰਦਾ ਹੈ ਲੋਕਾਂ ਦਾ ਇੱਕ ਬੈਠਣ ਉੱਠਣ ਦੀ ਗੱਲ ਕਰਨ ਦੀ ਜਗ੍ਹਾ, ਹਾਂ ਬਿਲਕੁਲ ਠੀਕ ਹੈ, ਠੀਕ ਹੋ ਗਿਆ ਕਮਿਊਨਿਟੀ ਇੱਕ ਸੈਂਟਰ ਬਣ ਜਾਂਦਾ ਹੈ, ਠੀਕ ਉਹ ਹੈ। ਕਲੱਬ ਬਣ ਜਾਂਦਾ ਉਹਨਾਂ ਲੋਕਾਂ ਦਾ। ਉੱਥੇ ਉਹ ਮੀਟਿੰਗ ਕਰਦੇ ਨੇ, ਸਹੀ ਮਸਾਇਲ ਰੱਖਦੇ ਨੇ, ਉਹਦੇ ਤੇ ਡਿਸਕਸ਼ਨ ਹੁੰਦੀ ਹੈ। ਠੀਕ ਹੋ ਗਿਆ ਉਹਦੇ ਤੇ ਡਿਸਕਸ਼ਨ ਤੋਂ ਬਾਅਦ ਫਿਰ ਲਾਇਆਮਲ ਤੈਅ ਕੀਤਾ ਜਾਂਦਾ ਕਿ ਕਿਸ ਤਰ੍ਹਾਂ ਅਸੀਂ ਇਸ ਮਸਲੇ ਦਾ ਹੱਲ ਕੀ ਕਰ ਸਕਦੇ ਹਾਂ, ਅਸੀਂ ਮਦਦ ਕਿਸ ਤਰ੍ਹਾਂ ਲੈ ਸਕਦੇ ਹਾਂ। ਉਹ ਮਦਦ ਲੈਣ ਵਾਸਤੇ ਫਿਰ ਅਸੀਂ ਅਪਰੋਚ ਬਣਾਉਂਦੇ ਹਾਂ ਕਿ ਵੀ ਇਹ ਕਿਸ ਤਰ੍ਹਾਂ ਅਸੀਂ ਕਿਹਨਾਂ ਲੋਕਾਂ ਨੂੰ ਅਪਰੋਚ ਕਰੀਏ, ਕਿ ਆਪਣੇ ਕੋਲੋਂ ਅਸੀਂ ਕਿੰਨੇ ਵਸਾਇਲ ਇਕੱਠੇ ਕਰ ਸਕਦੇ ਹਾਂ ਤੇ ਕਿੰਨਾ ਕੁ ਬਜਟ ਜ਼ਰੂਰੀ ਹੈ ਉਸ ਬੱਚੀ ਦੀ ਸ਼ਾਦੀ ਵਾਸਤੇ। ਠੀਕ ਹੋ ਗਿਆ ਹਾਂ, ਯਾਨੀ ਕਿ ਠੀਕ ਹੋ ਗਿਆ। ਉਹਦੇ ਮੁਤਾਬਕ ਫਿਰ ਉਹਨੂੰ ਅਸੀਂ ਫੈਸਲਾ ਕੀਤਾ ਜਾਂਦਾ ਹੈ ਕਿ ਯਾਰ ਇਹ ਜ਼ਰੂਰੀ ਮਿਸਾਲ ਹੈ ਕਿ ਅਸੀਂ ਅਗਰ ਆਮ ਸ਼ਾਦੀ ਦੀ ਗੱਲ ਕਰੀਏ ਤੇ ਉਹ ਸ਼ਾਦੀ ਤਾਂ 20,000 ਚ ਹੀ ਹੋ ਜਾਂਦੀ ਹੈ। ਬਿਲਕੁਲ ਜੇ ਦੂਜੀ ਸ਼ਾਦੀ ਅਗਰ ਉਹ ਕਰੀਏ ਤੇ ਉਹ 2 ਕਰੋੜ ਵੀ ਲੱਗ ਜਾਂਦਾ ਸ਼ਾਦੀ। ਹਾਂ ਲਿਹਾਜ਼ਾ ਸਾਨੂੰ ਉਹਦੀ ਬੇਸਿਕ ਨੈਸੈਸਿਟੀ ਜਿਹੜੀ ਹੈ, ਬੁਨਿਆਦੀ ਜ਼ਰੂਰਤ ਵਾਲੇ ਪਾਸੇ ਆਣਾ ਹੈ। ਉਸ ਸ਼ਾਦੀ ਦੇ ਇੱਕ ਬੱਚੀ ਦੇ ਇੱਕ ਕਮਰੇ ਦਾ ਫਰਨੀਚਰ ਹੋ ਜਾਏ, ਉਸ ਬੱਚੀ ਦਾ ਜਿਹੜਾ ਆਪਣੇ ਕੋਈ ਕੱਪੜੇ ਹੋ ਜਾਣ ਥੋੜੇ ਬਹੁਤ ਬੱਚੇ, ਤੇ ਉਹ ਬਾਕੀ ਉਹ ਸ਼ਾਦੀ ਦਾ ਖਰਚ ਹੋ ਜਾਏ, ਜਿੱਤੇ ਕੋਈ 15-20 ਬੰਦੇ ਲੋਕ ਇਕੱਠੇ ਹੋਣ, ਉਹਨਾਂ ਦੇ ਖਾਨਦਾਨ ਦੇ 50 ਬੰਦੇ ਤੱਕ ਦਾ ਖਾਣਾ ਅਰੇਂਜ ਹੋ ਜਾਏ, ਉਹ ਸ਼ਾਦੀ ਉਹਨਾਂ ਦੀ ਤਿਆਰ ਹੋ ਜਾਏ। ਠੀਕ ਹੋ ਗਿਆ ਇਹ ਬੇਸਿਕ ਮਕਸਦ ਹੁੰਦਾ। ਠੀਕ ਹੋ ਗਿਆ। ਤੇ ਬਾਕੀ ਹੋਰ ਇਸ ਤੋਂ ਇਲਾਵਾ ਤੁਹਾਡੇ ਕੋਲ ਰੇਂਜ ਲੱਗਦਾ